ਮੈਂ ਹਰਵਿੰਦਰ ਕੌਰ ਅਸਿਸਟੈਂਟ ਪ੍ਰੋਫੈਸਰ ਪੰਜਾਬੀ ਵਿਭਾਗ GGD SG ਕਾਲਜ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ ਅੱਜ ਤੁਹਾਡੇ ਨਾਲ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਦੀ ਵਿਆਖਿਆ ਸੰਬੰਧੀ ਗੱਲ ਕਰਾਂਗੀ। ਇਸ ਕਵਿਤਾ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵੱਲੋਂ 12ਵੀਂ ਕਲਾਸ ਦੀ ਲਾਜ਼ਮੀ ਪੰਜਾਬੀ ਦੇ ਸਿਲੇਬਸ ਵਿੱਚ ਸ਼ਾਮਿਲ ਕੀਤਾ ਗਿਆ ਹੈ। ਸਭ ਤੋਂ ਪਹਿਲਾਂ ਮੈਂ ਥੋੜੀ ਜਿਹੀ ਕਵੀ ਬਾਰੇ ਗੱਲ ਕਰਾਂਗੀ। ਪ੍ਰੋਫੈਸਰ ਪੂਰਨ ਸਿੰਘ ਨੇ ਪੰਜਾਬੀ ਸਾਹਿਤ ਵਿੱਚ ਛੰਦ ਮੁਕਤ ਕਵਿਤਾ ਲਿਖਣ ਦੀ ਪਹਿਲ ਕੀਤੀ। ਉਹਨਾਂ ਨੇ ਪੂਰਬੀ ਅਤੇ ਪੱਛਮੀ ਸਾਹਿਤ ਦਾ ਅਧਿਐਨ ਕੀਤਾ ਅਤੇ ਪੰਜਾਬੀ ਤੋਂ ਇਲਾਵਾ ਅੰਗਰੇਜ਼ੀ ਵਿੱਚ ਵੀ ਪੁਸਤਕਾਂ ਲਿਖੀਆਂ। ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਦਾ ਮੂਲ ਭਾਵੇਂ ਅਧਿਆਤਮਕ ਸੀ, ਪਰ ਇਹ ਅਧਿਆਤਮਵਾਦ ਬੜਾ ਵਿਸ਼ਾਲ ਅਤੇ ਡੂੰਘੇਰਾ ਹੈ। ਖੁੱਲ੍ਹੇ ਡੁੱਲੇ ਸੁਭਾਅ ਅਤੇ ਸੁਤੰਤਰ ਸ਼ਖਸੀਅਤ ਦੇ ਮਾਲਕ ਹੋਣ ਕਰਕੇ ਪ੍ਰੋਫੈਸਰ ਪੂਰਨ ਸਿੰਘ ਨੇ ਤੋਲ ਤੁਕਾਂਤ ਅਤੇ ਛੰਦ ਦੀ ਬੰਦਿਸ਼ ਨੂੰ ਵੀ ਠੁਕਰਾ ਦਿੱਤਾ ਅਤੇ ਸੈਲਾਨੀ ਛੰਦ ਵਿੱਚ ਵੀ ਕਵਿਤਾ ਰਚੀ। ਆਪ ਦੀ ਕਵਿਤਾ ਵਿੱਚ ਲੈਅ ਅਤੇ ਵਲਵਲੇ ਦਾ ਵੇਗ ਹੈ। ਆਪ ਨੇ ਪੰਜਾਬ ਦੀ ਧਰਤੀ ਅਤੇ ਪੰਜਾਬੀ ਸੱਭਿਆਚਾਰ ਦਾ ਬੜਾ ਸੁਚੱਜਾ ਅਤੇ ਭਰਪੂਰ ਚਿੱਤਰ ਪੇਸ਼ ਕੀਤਾ ਹੈ। ਪ੍ਰੋਫੈਸਰ ਪੂਰਨ ਸਿੰਘ ਨੇ ਪੰਜਾਬ ਦੇ ਕਣ-ਕਣ ਨਾਲ ਡੂੰਘੀ ਸਾਂਝ ਅਤੇ ਅਟੁੱਟ ਪਿਆਰ ਦਰਸਾਇਆ ਹੈ। ਬੀਤ ਚੁੱਕੇ ਸਮੇਂ ਵਿੱਚ ਉਹਨਾਂ ਨੂੰ ਸੁਨਹਿਰੀ ਸਮਾਂ ਦਿਖਾਈ ਦਿੰਦਾ ਹੈ ਅਤੇ ਨਵੀਂ ਸੱਭਿਅਤਾ ਦੀ ਰੌਸ਼ਨੀ ਚੰਗੀ ਨਹੀਂ ਲੱਗਦੀ। ਇਸੇ ਕਰਕੇ ਉਹ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦਾ ਹੈ। ਉਹ ਪੁਰਾਣਾ ਅਦਬ ਤੇ ਹਿਰਸ-ਨਾ, ਉਹ ਪ੍ਰੀਤ ਦੀਆਂ ਪੀੜ੍ਹੀਆਂ ਪੀੜ੍ਹੀਆਂ ਗੰਢਾਂ, ਉਹ ਕੁੜੀਆਂ ਦੇ ਚਾਅ ਤ੍ਰਿੰਝਣਾਂ ਦੇ ਗਾਵਨ ਕਿੱਥੇ, ਉਹ ਸ਼ਰੀਕਾਂ ਦੀ ਆਬ ਵਾਲੀ ਗੱਲ ਸਾਰੀ ਗਈ ਆਈ, ਉਹ ਖਾਤਰਾਂ ਤੇ ਸਹਿਵਾਵਾ ਕੁਰਬਾਨੀਆਂ ਤੇ ਜਰਨੇ ਜਿਗਰੇ ਤੇ ਹੌਸਲੇ, ਉਹ ਰੋਟੀਆਂ ਤੇ ਮਹਿਫਲਾਂ, ਉਹ ਡੂੰਘੀ ਡੂੰਘੀ ਸ਼ਰਮਾਂ ਸ਼ਰਾਫਤ, ਉਹ ਕਿੱਥੇ। ਇਹ ਕਵਿਤਾ ਰੋਮਾਂਟਿਕ ਭਾਵਾਂ ਨਾਲ ਭਰਪੂਰ ਹੈ ਅਤੇ ਇਸ ਵਿੱਚ ਪ੍ਰੋਫੈਸਰ ਸਾਹਿਬ ਨੇ ਪੁਰਾਣੇ ਪੰਜਾਬ ਦੇ ਲੋਕਾਂ ਦੇ ਪ੍ਰੇਮ ਪਿਆਰ, ਰਹਿਣ ਸਹਿਣ, ਰੁਚੀਆਂ ਅਤੇ ਸੱਭਿਆਚਾਰ ਨੂੰ ਆਵਾਜ਼ਾਂ ਮਾਰੀਆਂ ਹਨ ਤੇ ਪੰਜਾਬ ਦੇ ਵਰਤਮਾਨ ਲੋਕਾਂ ਦੇ ਚਰਿੱਤਰ ਅਤੇ ਰਹਿਣੀ ਬਹਿਣੀ ਤੋਂ ਅਸੰਤੁਸ਼ਟਤਾ ਦਾ ਪ੍ਰਗਟਾਵਾ ਕੀਤਾ ਹੈ। ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਹੈ ਕਿ ਵਰਤਮਾਨ ਪੰਜਾਬੀ ਜੀਵਨ ਵਿੱਚ ਪੁਰਾਤਨ ਪੰਜਾਬੀਆਂ ਵਾਲਾ ਇੱਕ ਦੂਜੇ ਲਈ ਮੋਹ ਪਿਆਰ ਤੇ ਸਤਿਕਾਰ ਨਹੀਂ ਰਹਿ ਗਿਆ। ਅੱਜ ਦੇ ਲੋਕਾਂ ਵਿੱਚ ਪੁਰਾਣੇ ਲੋਕਾਂ ਵਾਂਗ ਪਿਆਰ ਦੀਆਂ ਪੱਕੀਆਂ ਗੰਢਾਂ ਨਹੀਂ ਪਈਆਂ ਹੋਈਆਂ। ਵਰਤਮਾਨ ਪੰਜਾਬੀ ਜੀਵਨ ਵਿੱਚ ਕੁੜੀਆਂ ਦੇ ਚਾਅ ਤ੍ਰਿੰਝਣ ਅਤੇ ਗੌਣ ਵੀ ਨਹੀਂ ਰਹੇ। ਅੱਜ ਕੱਲ੍ਹ ਇਸ ਵਿੱਚ ਸ਼ਰੀਕਾਂ ਦਾ ਸਤਿਕਾਰ ਕਰਨ ਵਾਲੀ ਗੱਲ ਵੀ ਬਿਲਕੁਲ ਖਤਮ ਹੋ ਚੁੱਕੀ ਹੈ। ਅੱਜ ਦੇ ਪੰਜਾਬੀ ਜੀਵਨ ਵਿੱਚ ਪ੍ਰਾਹੁਣਿਆਂ ਦੀ ਖਾਤਰ ਤੇ ਸੇਵਾ, ਸਹਿਣ ਸ਼ਕਤੀ, ਜਿਗਰੇ, ਹੌਸਲੇ, ਰੱਜ ਰੱਜ ਕੇ ਰੋਟੀਆਂ ਖਾਣ ਵਾਲੇ, ਮਹਿਫਲਾਂ ਲਾਉਣ ਵਾਲੇ ਅਤੇ ਡੂੰਘੀਆਂ ਸ਼ਰਮਾਂ ਤੇ ਸ਼ਰਾਫਤਾਂ ਦੇ ਮਾਲਕ ਲੋਕ ਨਹੀਂ ਰਹੇ। ਇੱਕ ਪੜ੍ਹੇ ਨੌਜਵਾਨ ਨੂੰ ਮੈਂ ਪੁੱਛਿਆ, ਉਹ ਸਾਡੇ ਅਨਪੜ੍ਹਾਂ ਦਾ ਪੁਰਾਣਾ ਗਠੀਲਾ ਅਣਟੁੱਟ ਜਿਹਾ ਭਾਈਚਾਰਾ ਕਿੱਥੇ।
ਹਿੱਤ ਕਿੱਥੇ, ਪਿਆਰ ਕਿੱਥੇ, ਉਹ ਸਾਡਾ ਹੱਸ ਬੋਲਣਾ ਗੁਆਚ ਗਿਆ ਕਿੱਥੇ। ਦਿਲ ਜ਼ੋਰ ਮਿੰਤ ਕਿੱਥੇ, ਮਿੱਠਤ ਕਿੱਥੇ, ਉਹ ਬਾਹਾਂ ਦਾ ਮਾਣ ਜ਼ੋਰ ਸਾਰਾ। ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਹੈ ਕਿ ਮੈਂ ਇੱਕ ਪੜ੍ਹੇ ਲਿਖੇ ਪੰਜਾਬੀ ਨੌਜਵਾਨ ਨੂੰ ਪੁੱਛਿਆ ਕਿ ਸਾਡਾ ਅਨਪੜ੍ਹਾਂ ਦਾ ਪੁਰਾਣਾ ਪੱਕਾ ਤੇ ਅਟੁੱਟ ਭਾਈਚਾਰਾ ਕਿੱਥੇ ਚਲਾ ਗਿਆ ਹੈ। ਸਾਡਾ ਆਪਸੀ ਪਿਆਰ, ਹਿੱਤ ਤੇ ਹੱਸ ਬੋਲਣਾ ਕਿੱਥੇ ਅਲੋਪ ਹੋ ਗਿਆ ਹੈ। ਸਾਡਾ ਦਿਲ, ਜ਼ੋਰ, ਮਿਠਾਸ, ਮਿਲਤ ਤੇ ਬਾਹਾਂ ਦਾ ਮਾਣ ਭਰਿਆ ਜ਼ੋਰ ਕਿੱਥੇ ਚਲਾ ਗਿਆ ਹੈ। ਅੱਜ ਦੇ ਪੰਜਾਬ ਵਿੱਚੋਂ ਪੁਰਾਣੇ ਪੰਜਾਬ ਦੀਆਂ ਇਹ ਚੀਜ਼ਾਂ ਕਿੱਧਰੇ ਅਲੋਪ ਹੋ ਗਈਆਂ ਹਨ। ਇਹ ਦੇਖ ਕੇ ਕਵੀ ਦਾ ਮਨ ਦੁੱਖ ਨਾਲ ਭਰ ਜਾਂਦਾ ਹੈ। ਸੱਸਾਂ ਦੇ ਉਹ ਸਮੁੰਦਰਾਂ ਵਰਗੇ ਦਿਲ ਕਿੱਥੇ, ਨੂੰਹਾਂ ਧੀਆਂ ਦੀ ਲਿਹਾਜ਼ ਦੀ ਸੱਭਿਅਤਾ, ਜਵਾਈਆਂ ਦੀ ਪੁਰਾਣੀ ਮੋਤੀਆਂ ਵਰਗੀ ਆਬ ਕਿੱਥੇ। ਸੱਜ ਵਿਆਹੀਆਂ ਦਾ ਉਹ ਆਦਰ, ਭਾ, ਸ਼ਿੰਗਾਰ ਰਤੇ ਸੰਭਾਰ ਕਿੱਥੇ। ਲਾਡ ਤੇ ਮੁਰਾਦਾਂ, ਸਾਲੂ ਕਿੱਥੇ, ਬਾਗ ਤੇ ਫੁਲਕਾਰੀਆਂ, ਉਹ ਮਹਿੰਦੀ ਦਾ ਰੰਗ ਸੁਹਾਗ ਦਾ, ਉਹ ਹੱਥ ਪੈਰ ਰੰਗੇ, ਉਹ ਤਿੱਲੇਦਾਰ ਜੁੱਤੀਆਂ। ਪ੍ਰੋਫੈਸਰ ਪੂਰਨ ਸਿੰਘ ਕਹਿੰਦਾ ਹੈ ਕਿ ਮੈਂ ਇੱਕ ਦਿਨ ਇੱਕ ਪੜ੍ਹੇ ਲਿਖੇ ਪੰਜਾਬੀ ਨੌਜਵਾਨ ਨੂੰ ਪੁੱਛਿਆ ਕਿ ਅੱਜ ਦੇ ਪੰਜਾਬ ਵਿੱਚੋਂ ਸੱਸਾਂ ਦੇ ਸਮੁੰਦਰਾਂ ਵਰਗੇ ਵਿਸ਼ਾਲ ਦਿਲ ਕਿੱਥੇ ਅਲੋਪ ਹੋ ਗਏ ਹਨ। ਉਹ ਸੱਭਿਅਤਾ ਜਿਸ ਵਿੱਚ ਨੂੰਹਾਂ ਧੀਆਂ ਦਾ ਸਤਿਕਾਰ ਕੀਤਾ ਜਾਂਦਾ ਸੀ ਕਿੱਥੇ ਗੁਆਚ ਗਈ ਹੈ। ਪੰਜਾਬ ਵਿੱਚੋਂ ਜਵਾਈਆਂ ਦਾ ਪੁਰਾਣਾ ਆਦਰ ਸਤਿਕਾਰ ਕਿੱਥੇ ਛਿਪ ਗਿਆ ਹੈ। ਪੰਜਾਬ ਵਿੱਚੋਂ ਸੱਜ ਵਿਆਹੀਆਂ ਕੁੜੀਆਂ ਲਈ ਆਦਰ, ਪਿਆਰ, ਲਾਡ ਤੇ ਉਹਨਾਂ ਦਾ ਸ਼ਿੰਗਾਰ ਸਮਾਨ ਤੇ ਮੁਰਾਦਾਂ ਕਿੱਥੇ ਅਲੋਪ ਹੋ ਗਈਆਂ ਹਨ। ਅੱਜ ਦੇ ਪੰਜਾਬ ਵਿੱਚ ਇਹ ਚੀਜ਼ਾਂ ਕਿਧਰੇ ਵੀ ਦਿਖਾਈ ਨਹੀਂ ਦਿੰਦੀਆਂ। ਅੱਜ ਸੱਜ ਵਿਆਹੀਆਂ ਦੇ ਸਾਲੂ, ਬਾਗ, ਫੁਲਕਾਰੀਆਂ, ਸੁਹਾਗ ਦੀ ਮਹਿੰਦੀ ਨਾਲ ਰੰਗੇ ਹੱਥ ਪੈਰ ਤੇ ਤਿੱਲੇਦਾਰ ਜੁੱਤੀਆਂ ਵੀ ਕਿਧਰੇ ਦਿਖਾਈ ਨਹੀਂ ਦਿੰਦੀਆਂ। ਇਹ ਸੁੰਦਰ ਤੇ ਮਨਮੋਹਣੀਆਂ ਚੀਜ਼ਾਂ ਕਿਧਰੇ ਅਲੋਪ ਹੀ ਹੋ ਗਈਆਂ ਹਨ। ਭਰਾਵਾ, ਇਹ ਪੁਰਾਣੀ ਬੁੱਢੀ ਜਿਹੀ ਸੱਭਿਅਤਾ ਦਰਿਆਵਾਂ ਚਨਾਵਾਂ ਦੇ ਫੇਰ ਵਾਲੀ, ਦੂਰੋਂ ਆਈ ਦੂਰ ਜਾਂਦੀ, ਬਿਰਾਦਰੀਆਂ ਦਾ ਮਿਲ ਮਿਲ ਜੀਣਾ ਕਿੱਥੇ। ਉਹ ਸਦੀਆਂ ਦੀ ਬੋਹੜ ਕਿਸ ਵੱਡੀ, ਉਹ ਪੁਰਾਣਾ ਪਿੱਪਲ ਕਿੱਥੇ ਉੱਡ ਗਿਆ। ਹਵਾ ਆਈ, ਝੱਖੜ ਆਇਆ, ਉਹ ਕਿਸ ਗੇਰਿਆ। ਉਹ ਜੰਗਲ ਜ਼ਰੂਰ ਸੀ, ਪੁਰਾਣਾ ਦੰਦ ਕੱਢਿਆ, ਗੰਭੀਰ ਸੀ। ਮੰਨਿਆ ਭਾਂਤ ਭਾਂਤ ਬੋਲੀਆਂ ਤੇ ਖਿਆਲ ਸੀ, ਅਸੀਂ ਅਣਜਾਣ ਸੇ। ਇੱਕੋ ਜਿਹੇ ਸਿੱਧੇ ਸਾਦੇ ਕੰਮ ਕਰਨ ਵਾਲੇ ਹੱਡ ਸੇ, ਤੇ ਇੱਕ ਅੱਧ ਖਿਆਲ ਕੋਈ ਸੁਣਿਆ। ਮੰਨਿਆ ਅਸਾਂ ਲਈ ਬੌਸ ਸੀ, ਉਸੇ ਵਿੱਚ ਬਹਿੰਦੇ ਉੱਠਦੇ, ਜੀਂਦੇ ਜਾਗਦੇ, ਉਹ ਇੱਕ ਖਿਆਲ ਸਾਡੀ ਜਿੰਦ ਜਾਨ ਸੀ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਪੜ੍ਹੇ ਲਿਖੇ ਨੌਜਵਾਨ ਨੂੰ ਪੁੱਛਿਆ ਕਿ ਪੰਜਾਬ ਦੀ ਉਹ ਸੱਭਿਅਤਾ ਕਿੱਥੇ ਗਈ ਹੈ ਜੋ ਉਸ ਨੂੰ ਪੁਰਾਣੀ ਤੇ ਬੁੱਢੀ ਜਿਹੀ ਜਾਪਦੀ ਹੈ। ਉਹ ਸੱਭਿਅਤਾ ਝਨਾ ਦਰਿਆ ਵਰਗੀ ਵਿਸ਼ਾਲ ਸੀ। ਉਹ ਕਿਸੇ ਦੂਰ ਦੇ ਸਮੇਂ ਵਿੱਚ ਆਰੰਭ ਹੋਈ ਸੀ ਤੇ ਅੱਗੇ ਦੂਰ ਤੱਕ ਜਾਂਦੀ ਸੀ। ਅੱਜ ਦੇ ਪੰਜਾਬੀ ਜੀਵਨ ਵਿੱਚ ਬਿਰਾਦਰੀਆਂ ਕਿਧਰੇ ਵੀ ਮਿਲ ਕੇ ਨਹੀਂ ਬੈਠਦੀਆਂ, ਜਦ ਕਿ
ਇਹ ਗੱਲ ਪੁਰਾਣੀ ਸੱਭਿਅਤਾ ਦਾ ਪ੍ਰਧਾਨ ਅੰਗ ਸੀ। ਉਸ ਪੁਰਾਣੀ ਸੱਭਿਅਤਾ ਰੂਪੀ ਬੋਹੜ ਨੂੰ ਕਿਸ ਨੇ ਵੱਢ ਦਿੱਤਾ ਹੈ? ਉਹ ਸੱਭਿਅਤਾ ਦਾ ਪੁਰਾਣਾ ਪਿੱਪਲ ਕਿੱਥੇ ਉੱਡ ਪੁੱਡ ਗਿਆ ਹੈ? ਕਿ ਉਸ ਨੂੰ ਕਿਸੇ ਹਨੇਰੀ ਝੱਖੜ ਨੇ ਡੇਗਿਆ ਹੈ ਜਾਂ ਕਿਸੇ ਹੋਰ ਚੀਜ਼ ਨੇ? ਵੇਖਣ ਨੂੰ ਉਹ ਜ਼ਰੂਰ ਇੱਕ ਜੰਗਲ ਵਾਂਗ ਸੀ, ਪਰ ਉਸ ਵਿੱਚ ਗੰਭੀਰਤਾ ਤੇ ਭਿਆਨਕਤਾ ਸੀ। ਮੈਂ ਇਹ ਗੱਲ ਮੰਨਦਾ ਹਾਂ ਕਿ ਉਸ ਵਿੱਚ ਲੋਕ ਆਪੋ ਆਪਣੀ ਬੋਲੀ ਬੋਲਦੇ ਸਨ ਤੇ ਆਪੋ ਆਪਣੇ ਖਿਆਲ ਰੱਖਦੇ ਸਨ। ਭਾਵੇਂ ਅਸੀਂ ਅਣਜਾਣ ਜਿਹੇ ਸਾਂ, ਪਰ ਅਸੀਂ ਸਾਰੇ ਇੱਕੋ ਜਿਹੇ ਸਿੱਧੇ ਸਾਦੇ ਤੇ ਹੱਡ ਭੰਨ ਕੇ ਮਿਹਨਤ ਕਰਨ ਵਾਲੇ ਬੰਦੇ ਸਾਂ। ਅਸੀਂ ਕੋਈ ਇੱਕ ਅੱਧ ਖਿਆਲ ਨੂੰ ਸੁਣ ਕੇ ਉਸ ਨੂੰ ਮੰਨ ਲੈਣਾ ਹੀ ਕਾਫੀ ਸਮਝਦੇ ਸੀ। ਅਸੀਂ ਉਸੇ ਖਿਆਲ ਦੇ ਅਨੁਸਾਰ ਹੀ ਉੱਠਦੇ ਬੈਠਦੇ ਤੇ ਜਿਉਂਦੇ ਜਾਗਦੇ ਆਪਣਾ ਜੀਵਨ ਗੁਜ਼ਾਰਦੇ ਸੀ। ਉਹ ਇੱਕੋ ਖਿਆਲ ਹੀ ਸਾਡੀ ਜਿੰਦ ਜਾਨ ਹੁੰਦਾ ਸੀ। ਇਸ ਪ੍ਰਕਾਰ ਸਾਡੀ ਜ਼ਿੰਦਗੀ ਕੋਈ ਬਹੁਤੀ ਗੁੰਝਲਦਾਰ ਨਹੀਂ ਸੀ। ਵਪਾਰ ਅਸੀਂ ਕਰਦੇ ਸੀ ਸੁੱਚਾ ਸੁਥਰਾ, ਕਾਹਲੀ ਵਿੱਚ ਅਮੀਰ ਹੋਣ ਨੂੰ ਨਿੰਦਦੇ। ਇੱਕ ਰੱਬੀ ਜੋੜ ਮੇਲ ਜਾਣ ਕੁੱਲ ਦੁਨੀਆ ਦੀ ਸੇਵਾ ਕਰਦੇ। ਵਲਾਇਤਾਂ ਜਾਂਦੇ, ਕਾਬਲ ਕੰਧਾਰ ਬੁਖਾਰੇ, ਸਫ਼ਰ ਝਾਂਕਦੇ, ਜਫਰ ਜਲਦੇ। ਸਫ਼ਰ ਸਾਡਾ ਦਿਨ ਰਾਤ ਸੀ। ਸੋਹਣੇ ਉਨਰਾਂ ਦੇ ਕੰਮ ਬਣੇ, ਦੇਸ ਆਪ ਨੂੰ ਆਣ ਦੇ। ਪਹਿਨਣ ਵਾਲਿਆਂ ਤੇ ਬਣਾਉਣ ਵਾਲਿਆਂ ਦੋਹਾਂ ਦੇ ਸ਼ਗਨ ਮਨਾਦੇ। ਦੋਏ ਧਿਰਾਂ ਜੀਣ, ਵਸਣ ਤੇ ਥੀਣ, ਅਸੀਂ ਰੋਟੀਆਂ ਪਏ ਖਾਵਦੇ। ਲੱਦੇ ਜਾਂਦੇ, ਲੱਦੇ ਆਂਦੇ, ਕਿਹਾ ਸੋਹਣਾ ਉਹ ਵਪਾਰ ਸੀ। ਪ੍ਰੋਫੈਸਰ ਪੂਰਨ ਸਿੰਘ ਇਹਨਾਂ ਸਤਰਾਂ ਵਿੱਚ ਵਰਤਮਾਨ ਪੰਜਾਬੀਆਂ ਵਿੱਚ ਫੈਲੇ ਲੋਭ ਲਾਲਚ ਨੂੰ ਦੇਖ ਕੇ ਪੁਰਾਤਨ ਪੰਜਾਬੀਆਂ ਦੀ ਕਿਰਤ ਕਮਾਈ ਨੂੰ ਯਾਦ ਕਰਦਾ ਹੈ। ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦਾ ਹੋਇਆ ਕਵੀ ਅੱਜ ਕੱਲ੍ਹ ਦੇ ਇੱਕ ਪੰਜਾਬੀ ਨੌਜਵਾਨ ਨੂੰ ਕਹਿੰਦਾ ਹੈ ਕਿ ਸਾਡੀ ਅਨਪੜ੍ਹਾਂ ਦੀ ਸੱਭਿਅਤਾ ਵਰਤਮਾਨ ਪੰਜਾਬੀ ਸੱਭਿਅਤਾ ਨਾਲੋਂ ਕਿਤੇ ਉਚੇਰੀ ਸੀ। ਅਸੀਂ ਸੁੱਚਾ ਤੇ ਸੁਥਰਾ ਵਪਾਰ ਕਰਦੇ ਸੀ ਤੇ ਵਰਤਮਾਨ ਲੋਕਾਂ ਵਾਂਗ ਪੈਸੇ ਕਮਾਉਣ ਦੀ ਖਾਤਰ ਧੋਖਾ ਤੇ ਫਰੇਬ ਨਹੀਂ ਸੀ ਕਰਦੇ। ਅਸੀਂ ਕਾਹਲੀ ਵਿੱਚ ਅਮੀਰ ਹੋਣ ਦੀ ਨਿੰਦਿਆ ਕਰਦੇ ਸੀ। ਅਸੀਂ ਸੰਸਾਰ ਨਾਲ ਆਪਣੇ ਸਬੰਧਾਂ ਨੂੰ ਇੱਕ ਰੱਬੀ ਜੋੜ ਮੇਲ ਸਮਝ ਕੇ ਸਾਰੀ ਦੁਨੀਆ ਦੀ ਸੇਵਾ ਕਰਦੇ ਸਾਂ। ਅਸੀਂ ਵਰਤਮਾਨ ਲੋਕਾਂ ਵਾਂਗ ਚਾਂਦੀ ਦੀਆਂ ਠੀਕਰਾਂ ਅਰਥਾਤ ਰੁਪਇਆਂ ਨੂੰ ਕਦੇ ਵੀ ਆਪਣਾ ਰੱਬ ਨਹੀਂ ਸੀ ਮੰਨਿਆ। ਅਸੀਂ ਕਮਾਈ ਕਰਨ ਲਈ ਇੰਗਲੈਂਡ, ਕਾਬਲ, ਕੰਧਾਰ ਤੇ ਬੁਖਾਰੇ ਨੂੰ ਰਾਤ ਦਿਨ ਸਫ਼ਰ ਕਰਦੇ ਹੋਏ ਤੇ ਦੁੱਖਾਂ ਦਾ ਮੁਕਾਬਲਾ ਕਰਦੇ ਹੋਏ ਜਾਂਦੇ ਸਾਂ। ਉੱਥੋਂ ਸੋਹਣੀ ਕਲਾਕਾਰੀ ਨਾਲ ਬਣੀਆਂ ਚੀਜ਼ਾਂ ਆਪਣੇ ਦੇਸ਼ ਵਿੱਚ ਲਿਆਉਂਦੇ ਸਾਂ। ਆਪਣੇ ਲਿਆਂਦੇ ਕੱਪੜਿਆਂ ਨੂੰ ਪਹਿਨਣ ਵਾਲਿਆਂ ਤੇ ਬਣਾਉਣ ਵਾਲਿਆਂ ਦੋਹਾਂ ਦੇ ਸ਼ਗਨ ਮਨਾਉਂਦੇ ਸਾਂ। ਅਸੀਂ ਰੱਬ ਤੋਂ ਇਹੋ ਮੰਗਦੇ ਸੀ ਕਿ ਦੋਵੇਂ ਧਿਰਾਂ ਵਸਦੀਆਂ ਰਹਿਣ, ਜਿਨ੍ਹਾਂ ਦੇ ਸਿਰ ਤੇ ਅਸੀਂ ਰੋਟੀਆਂ ਖਾਂਦੇ ਹਾਂ। ਇਸ ਪ੍ਰਕਾਰ ਖੈਰ ਮੰਗਦੇ ਹੋਏ ਅਸੀਂ ਲੱਦੇ ਹੋਏ ਵਿਦੇਸ਼ਾਂ ਵਿੱਚ ਜਾਂਦੇ ਤੇ ਉੱਥੋਂ ਲੱਦੇ ਹੋਏ ਆਉਂਦੇ ਸਾਂ। ਸਾਡਾ ਵਪਾਰ ਕਿੰਨਾ ਸੋਹਣਾ ਸੀ। ਸੋਹਣਿਆ ਤੂੰ ਦੱਸ ਨਾ ਉਹ ਵੇਲੇ ਕਿਉਂ ਲੱਦ ਗਏ। ਵਹਿਮ ਸਨ ਸਾਡੇ ਠੀਕ, ਪਰ ਤੁਹਾਡੇ ਕੀ ਘੱਟ ਹਨ। ਨਾਮ ਬਦਲੇ, ਰੂਪ ਬਦਲੇ, ਤੱਕੇ ਨੀਝ ਲਾ,
ਹੈਨ ਸਭ ਉਹ ਜਿਹੇ ਵਹਿਮ ਅੱਜ ਵੀ। ਆਦਮੀ ਦੀ ਪੂਜਾ ਛੱਡੀ ਮੰਨਿਆ ਗੁਨਾਹ ਸੀ, ਪਰ ਠੀਕਰੀਆਂ ਦੀ ਪੂਜਾ ਅੱਜ ਦੀ ਕਥਾਈ ਦਾ ਪੁੰਨ ਸੀ। ਸੇਵਾ ਕਰਨੀ ਮਨਜ਼ੂਰੀ ਮੰਗਣੀ ਨਾ ਕੁਛ ਜਾਹਿਲ ਸੀ। ਕੂੜ ਪਾਪ ਕਰ ਅਮੀਰ ਹੋਣਾ ਵਿਹਲਾ ਵਿਹਲਾ ਏ, ਬੇਸਬਰੀ ਕਦ ਅੰਮ੍ਰਿਤ ਬਣੀ ਸੀ। ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰਦਾ ਹੋਇਆ ਕਵੀ ਅੱਜ ਕੱਲ੍ਹ ਦੇ ਇੱਕ ਪੜ੍ਹੇ ਲਿਖੇ ਨੌਜਵਾਨ ਨੂੰ ਕਹਿੰਦਾ ਹੈ ਕਿ ਤੂੰ ਮੈਨੂੰ ਦੱਸ ਕੇ ਉਹ ਸੋਹਣੇ ਸਮੇਂ ਕਿੱਥੇ ਚਲੇ ਗਏ ਹਨ। ਇਹ ਠੀਕ ਹੈ ਕਿ ਪੁਰਾਣੇ ਪੰਜਾਬ ਦੇ ਰਹਿਣ ਵਾਲੇ ਸਾਡੇ ਸਾਥੀ ਅਨਪੜ੍ਹ ਲੋਕ ਵਹਿਮਾਂ ਭਰਮਾਂ ਦੇ ਸ਼ਿਕਾਰ ਸਨ, ਪਰ ਤੇਰੇ ਸਾਥੀ ਲੋਕਾਂ ਦੇ ਵਹਿਮ ਕਿਹੜੇ ਘੱਟ ਹਨ। ਉਹ ਜਰਾ ਨੀਝ ਲਾ ਕੇ ਦੇਖੋ ਕਿ ਅੱਜ ਵੀ ਉਹੋ ਜਿਹੇ ਵਹਿਮ ਕਾਇਮ ਹਨ। ਇਹ ਠੀਕ ਹੈ ਕਿ ਵਰਤਮਾਨ ਸੱਭਿਅਤਾ ਦੇ ਮਾਲਕ ਲੋਕਾਂ ਨੇ ਆਦਮੀਆਂ ਦੀ ਪੂਜਾ ਦਾ ਤਿਆਗ ਕਰ ਦਿੱਤਾ ਹੈ, ਕਿਉਂਕਿ ਉਹ ਇੱਕ ਗੁਨਾਹ ਸੀ, ਪਰ ਇਸ ਦੀ ਥਾਂ ਵਰਤਮਾਨ ਲੋਕਾਂ ਦੁਆਰਾ ਕੀਤੀ ਜਾਂਦੀ ਪੈਸਿਆਂ ਦੀ ਪੂਜਾ ਕਿੱਥੋਂ ਦਾ ਪੁੰਨ ਹੈ। ਇਹ ਵੀ ਤਾਂ ਪਾਪ ਹੀ ਹੈ। ਇਹ ਮੰਨ ਲੈਂਦੇ ਹਾਂ ਕਿ ਪੁਰਾਣੇ ਲੋਕ ਸੇਵਾ ਕਰਦੇ ਸਨ ਤੇ ਮਜ਼ਦੂਰੀ ਨਹੀਂ ਸਨ ਮੰਗਦੇ, ਤੇ ਇਹ ਉਹਨਾਂ ਦੀ ਜਹਾਲਤ ਦੀ ਨਿਸ਼ਾਨੀ ਸੀ। ਪਰ ਖਾਣ ਪੀਣ ਦੀ ਖਾਤਰ ਅਰਥਾਤ ਪੈਸਿਆਂ ਦੀ ਪ੍ਰਾਪਤੀ ਲਈ ਮੁਰਦਿਆਂ ਦੀਆਂ ਜੇਬਾਂ ਫੋਲਣੀਆਂ ਕਿੱਥੋਂ ਦਾ ਪੁੰਨ ਹੈ। ਇਹ ਵੀ ਤਾਂ ਪਾਪ ਹੀ ਹੈ। ਇਹ ਵੀ ਮੰਨ ਲੈਂਦੇ ਹਾਂ ਕਿ ਅਸੀਂ ਗਰੀਬ ਸੀ, ਸਾਡੇ ਸਬਰ ਸੰਤੋਖ ਨੂੰ ਮਾਰੂ ਜ਼ਹਿਰ ਨਾਲ ਤੁਲਨਾ ਦਿੱਤੀ ਜਾ ਸਕਦੀ ਹੈ, ਪਰ ਝੂਠ ਬੋਲ ਕੇ ਤੇ ਤੇਜ਼ੀ ਨਾਲ ਅਮੀਰ ਬਣਨ ਦੀ ਰੁਚੀ ਨੂੰ ਕਿੱਥੋਂ ਦਾ ਅੰਮ੍ਰਿਤ ਆਖਿਆ ਜਾ ਸਕਦਾ ਹੈ। ਅਸਲ ਵਿੱਚ ਇਹ ਵੀ ਇੱਕ ਮਾਰੂ ਜ਼ਹਿਰ ਹੈ। ਧੰਨਵਾਦ।